ਸਿਹਤ ਮੰਤਰੀ ਬਲਬੀਰ ਸਿੱਧੂ ਦਾ ਦਾਅਵਾ ਬਾਹਰਲੇ ਮੁਲਕਾਂ ਕਾਰਨ ਮੁੜ ਵਧੇ ਪੰਜਾਬ 'ਚ ਕੋਰੋਨਾ ਦੇ ਕੇਸ। ਪੰਜਾਬ 'ਚ 24 ਘੰਟੇ ਅੰਦਰ ਕੋਰੋਨਾ ਕਾਰਨ 22 ਲੋਕਾਂ ਦੀ ਮੌਤ, 1515 ਨਵੇਂ ਕੇਸ ਆਏ ਤੇ 10,916 ਕੋਰੋਨਾ ਦੇ ਐਕਟਿਵ ਮਾਮਲੇ। ਚੁਣਾਵੀ ਰਾਜਾਂ 'ਚ ਬੀਜੇਪੀ ਖਿਲਾਫ ਨਿਤਰੇ ਅੰਦੋਲਨਕਾਰੀ ਕਿਸਾਨ। ਪੱਛਮੀ ਬੰਗਾਲ 'ਚ ਜਾਰੀ ਕਿਸਾਨ ਮਹਾਪੰਚਾਇਤਾਂ। ਬੀਜੇਪੀ ਨੂੰ ਵੋਟ ਨਾ ਪਾਉਣ ਦੀ ਕੀਤੀ ਜਾਰੀ ਲੋਕਾਂ ਨੂੰ ਅਪੀਲ। ਦਿੱਲੀ ਬਾਰਡਰ ਤੇ ਪੱਕੇ ਮਕਾਨ ਬਣਾਉਣ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ। NHAI ਤੇ ਨਗਰਪਾਲਿਕਾ ਕੁੰਡਲੀ ਦੀ ਸ਼ਿਕਾਇਤ ਤੇ ਕਾਰਵਾਈ। ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਬਣਾਏ ਮਕਾਨ। ਖੇਤੀ ਕਾਨੂੰਨਾਂ ਨੂੰ ਲੈ ਕੇ ਅੰਮ੍ਰਿਤਸਰ 'ਚ ਬੀਜੇਪੀ ਲੀਡਰ ਸ਼ਵੇਤ ਮਲਿਕ ਦਾ ਕਿਸਾਨਾਂ ਵੱਲੋਂ ਵਿਰੋਧ। ਕਰਨਾਲ 'ਚ ਨੀਲੋ ਖੇੜੀ ਤੋਂ ਆਜ਼ਾਦ ਵਿਧਾਇਕ ਧਰਮਪਾਲ ਗੋਂਦਰ ਦੇ ਪ੍ਰੋਗਰਾਮ ਖਿਲਾਫ ਵੀ ਪ੍ਰਦਰਸ਼ਨ। ਕਰ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਫਰਜ਼ੀ ਬਿੱਲਾਂ ਨੂੰ ਲੈ ਕੇ ਖੰਨਾ 'ਚ ਰੇਡ। ਐਡੀਸ਼ਨਲ ਕਮਿਸ਼ਨਰ ਦਾ ਦਾਅਵਾ ਕਰੀਬ 700 ਕਰੋੜ ਦੇ ਫਰਜ਼ੀ ਬਿੱਲ ਕੱਟੇ। 5 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਦੇ ਵਿੱਚ ਕੋਰੋਨਾ ਕੇਸ ਲਗਾਤਾਰ ਵਧ ਰਹੇ ਨੇ। ਪਟਿਆਲਾ ਦੇ ਵਿੱਚ ਥਾਪਰ ਕਾਲਜ ਦੇ 16 ਵਿਦਿਆਰਥੀ ਵੀ ਕੋਰੋਨਾ ਪੀੜਤ ਹੋਏ ਨੇ। ਅਜਿਹੇ ਦੇ ਵਿੱਚ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਬਾਹਰਲੇ ਮੁਲਕਾਂ ਕਾਰਨ ਪੰਜਾਬ ਦੇ ਵਿੱਚ ਕੋਰੋਨਾ ਮੁੜ ਵਧਿਆ ਹੈ। ਉਹਨਾਂ ਸੂਬੇ ਦੇ ਉਹਨਾਂ ਜ਼ਿਲ੍ਹਿਆਂ ਦਾ ਵੀ ਜ਼ਿਕਰ ਕੀਤਾ ਜਿੱਥੋਂ ਜ਼ਿਆਦਾਤਰ ਲੋਕ ਵਿਦੇਸ਼ਾਂ 'ਚ ਵਸਦੇ ਨੇ। ਪੰਜਾਬ ਵਿੱਚ ਮੁੜ ਕੋਰੋਨਾ ਕੇਸਾਂ ਦੇ ਵਧਣ ਦਾ ਕਾਰਨ ਬਾਹਰਲੇ ਮੁਲਕ ਨੇ। ਇਹ ਦਾਅਵਾ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੀਤਾ ਹੈ। ਸਿਹਤ ਮੰਤਰੀ ਨੇ ਖਾਸ ਤੌਰ ਉੱਤੇ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਦਾ ਜ਼ਿਕਰ ਕੀਤਾ ਜਿੱਥੋਂ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ 'ਚ ਵਸਦੇ ਨੇ। ਨਾਰਮਲ ਕੰਡੀਸ਼ਨ ਦੇ ਵਿੱਚ ਆ ਗਏ ਸੀਗੇ। ਸਾਡੇ ਤਕਰੀਬਨ ਸਾਰੇ ਜਿਹੜੇ ਕਾਰੋਬਾਰ ਸੀ, ਸਾਰੇ ਸਾਡੇ ਜਿਹੜੇ ਇੰਸਟੀਚਿਊਟ ਸੀ, ਚਾਹੇ ਐਜੂਕੇਸ਼ਨ ਦੇ ਸੀ, ਚਾਹੇ ਦੂਸਰੇ, ਸਾਰਿਆਂ ਨੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਲੇਕਿਨ ਬਾਹਰਲੇ ਮੁਲਕਾਂ ਤੋਂ ਦੁਬਾਰਾ ਫਿਰ ਸਪੈਕਟ ਜਿਹੜੀ ਆ ਵਾਪਸ ਆਉਣੀ ਸ਼ੁਰੂ ਹੋ ਗਈ। ਉਹਦਾ ਅਸਰ ਪੰਜਾਬ ਤੇ ਵੀ ਹੋਇਆ। ਖਾਸ ਕਰਕੇ ਮੈਂ ਕਹੂੰਗਾ ਨਵਾਂਸ਼ਹਿਰ ਡਿਸਟ੍ਰਿਕਟ, ਹੁਸ਼ਿਆਰਪੁਰ ਤੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਇਹਦਾ ਅਸਰ ਦੇਖਣ ਨੂੰ ਮਿਲਿਆ ਹੈਗਾ। ਈਵਨ ਮੋਹਾਲੀ 'ਚ ਵੀ ਅਸਰ ਦੇਖਣ ਨੂੰ ਮਿਲਿਆ ਕਿ ਉਹ ਮੋਹਾਲੀ 'ਚ ਵੀ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੈਗੀ ਆ। ਇਸ ਕਰਕੇ ਸਾਡੇ ਕਈ ਜ਼ਿਲ੍ਹਿਆਂ 'ਚ ਸਾਨੂੰ ਕਰਫਿਊ ਲਾਉਣ ਤੱਕ ਦਾ ਵੀ ਨੌਬਤ ਆਈ ਹੈ। ਤੇ ਪਲੱਸ ਇਹ ਹੈ ਕਿ ਵੀ ਜਿਹੜਾ ਹੁਣ ਲੋਕਾਂ ਨੂੰ ਜਿਹੜੀ ਅਵੇਅਰਨੈਸ ਜਿਹੜਾ ਦੀ ਬਹੁਤ ਜ਼ਰੂਰਤ ਹੈ। ਪਲੱਸ ਜਿਹੜੇ ਲੋਕ 60 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਆ ਟੋਟਲੀ ਸਰਕਾਰ ਵੱਲੋਂ ਫ੍ਰੀ ਲਾਈ ਜਾ ਰਹੀ ਹੈ। ਉਹਦਾ ਫਾਇਦਾ ਉਠਾਉਣਾ ਚਾਹੀਦਾ। ਫਟਾਫਟ ਆਪਣੇ ਆਪ ਨੂੰ ਵੈਕਸੀਨੇਟ ਕਰਾ ਕੇ ਉਸ ਤੋਂ ਬਾਅਦ ਉਹ ਆਪਣਾ ਆਮ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਦੇ ਨੇ। ਪਰ ਸਭ ਤੋਂ ਵੱਡੀ ਗੱਲ ਪ੍ਰੀਕਾਸ਼ਨ ਦੀ ਹੈਗੀ ਹੈ। ਜਿੰਨੀ ਅਸੀਂ ਪ੍ਰੀਕਾਸ਼ਨ ਕਰ ਲਾਂਗੇ ਉਨਾ ਹੀ ਅਸੀਂ ਆਪਣੇ ਆਪ ਨੂੰ ਸੇਫ ਰੱਖਾਂਗੇ ਤੇ ਆਪਣੇ ਪਰਿਵਾਰ ਨੂੰ ਤੇ ਆਪਣੇ ਸਮਾਜ ਨੂੰ। ਸਿਹਤ ਮੰਤਰੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਨੇ, ਜਿਸ ਦੇ ਲਈ ਸਰਕਾਰ ਨੇ ਨਾਈਟ ਕਰਫਿਊ ਵੀ ਲਾਇਆ ਹੈ। ਅਜਿਹੇ 'ਚ ਸਾਡੀ ਟੀਮ ਨੇ ਮੋਹਾਲੀ 'ਚ ਨਾਈਟ ਕਰਫਿਊ ਦੀ ਜ਼ਮੀਨੀ ਹਕੀਕਤ ਵੇਖੀ। ਇੱਥੇ ਸ਼ਰਾਬ ਦੇ ਠੇਕੇ ਅਤੇ ਢਾਬੇ ਖੁੱਲੇ ਨਜ਼ਰ ਆਏ। ਅਸੀਂ ਇਸ ਵਕਤ ਖੜੇ ਨੇ ਮੋਹਾਲੀ ਦੀ ਫੇਜ਼ 7 ਦੀ ਮਾਰਕੀਟ ਦੇ ਵਿੱਚ। ਮੋਹਾਲੀ ਦੇ ਵਿੱਚ ਅੱਜ ਤੋਂ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿਊ ਮੋਹਾਲੀ ਦੇ ਵਿੱਚ ਲਾ ਦਿੱਤਾ ਹੈ। ਪੰਜਾਬ ਦੇ ਵਿੱਚ 8 ਡਿਸਟ੍ਰਿਕਟਸ ਦੇ ਵਿੱਚ ਨਾਈਟ ਕਰਫਿਊ ਫਿਲਹਾਲ ਲਾ ਦਿੱਤਾ ਗਿਆ ਹੈ। ਜਿਹੜੇ ਕੋਰੋਨਾ ਕੇਸਿਸ ਵੱਧ ਰਹੇ ਨੇ ਤੇ ਤੁਹਾਨੂੰ ਦਿਖਾ ਰਹੇ ਨੇ ਕਿ 11 ਵੱਜ ਚੁੱਕੇ ਨੇ। 11 ਵਜੇ ਤੋਂ 5 ਵਜੇ ਤੱਕ ਨਾਈਟ ਕਰਫਿਊ ਇਹ ਰਹੇਗਾ। ਬਟ ਹਾਲਾਂਕਿ ਬਹੁਤ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਨੇ, ਬਟ ਕਾਫੀ ਖੁੱਲੀਆਂ ਵੀ ਨੇ ਹਜੇ ਤੇ ਲੋਕੀ ਆ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਸ਼ਰਾਬ ਦਾ ਠੇਕਾ ਹੈ। ਸ਼ਰਾਬ ਦਾ ਠੇਕਾ ਫੇਜ਼ 7 ਦੇ ਵਿੱਚ ਇਹ ਖੁੱਲ੍ਹਿਆ ਹੈ ਹਜੇ। ਤੇ ਜਿਹੜੀਆਂ ਬਾਕੀ ਕਮਰਸ਼ੀਅਲ ਦੁਕਾਨਾਂ ਹੈਗੀਆਂ ਉਹ ਬੰਦ ਹੋ ਚੁੱਕੀਆਂ ਨੇ, ਮੈਕਸੀਮਮ ਮੈਜੋਰਟੀ। ਬਟ ਕੁਛ ਖਾਸ ਕਰ ਈਟਰੀਜ਼, ਢਾਬੇ ਜਿਹੜੇ ਨੇ, ਢਾਬੇ ਖੁੱਲ੍ਹੇ ਨੇ, ਈਟਰੀਜ਼ ਖੁੱਲ੍ਹੀਆਂ ਨੇ ਤੇ ਲੋਕੀ ਆਪਣੇ ਘਰਾਂ ਨੂੰ ਜਿਹੜਾ ਜਾ ਰਹੇ ਨੇ। ਜਿਹੜੇ ਮਾਰਕੀਟਸ ਦੇ ਵਿੱਚ ਆਏ ਸੀਗੇ, ਕੋਈ ਖਾਣਾ ਖਾਣੇ ਨੇ, ਕੋਈ ਆਪਣਾ ਡੇਲੀ ਨੀਡਸ ਦਾ ਸਮਾਨ ਲੈਣੇ, ਉਹ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਮੈਕਸੀਮਮ। ਬਟ ਕੁਛ ਗੱਡੀਆਂ ਹਜੇ ਵੀ ਹੈਗੀਆਂ ਮਾਰਕੀਟਸ ਦੇ ਵਿੱਚ ਤੇ ਹੌਲੀ ਹੌਲੀ ਲੋਕੀ ਜਾ ਰਹੇ ਨੇ ਆਪਣੇ ਘਰਾਂ ਨੂੰ। ਤੇ ਕਰਫਿਊ ਜਿਹੜਾ ਹੈਗਾ ਬਾਈ ਐਂਡ ਲਾਰਜ ਇੰਪਲੀਮੈਂਟ ਹੋ ਰਿਹਾ, ਬਟ ਫਿਰ ਵੀ ਪ੍ਰੋਪਰਲੀ ਜੇ ਇੰਪਲੀਮੈਂਟ ਕਰਨਾ ਹੈ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸ਼ਰਾਬ ਦੇ ਠੇਕੇ ਤੇ ਈਟਰੀਜ਼ ਜਿਹੜੀਆਂ ਨੇ ਉਹ ਹਜੇ ਵੀ ਖੁੱਲ੍ਹੀਆਂ ਨੇ। ਪਟਿਆਲਾ ਵਿੱਚ ਵੀ ਵੇਖਿਆ ਗਿਆ ਕਿ ਨਾਈਟ ਕਰਫਿਊ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ। ਇੱਥੇ 11 ਵਜੇ ਬਾਅਦ ਵਾਹਨਾਂ ਦੀ ਆਵਾਜਾਈ ਹੋ ਰਹੀ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਹਿਲਾ ਦਿਨ ਹੋਣ ਕਾਰਨ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਚੇਤਾਵਨੀ ਵੀ ਦੇ ਰਹੇ ਨੇ। ਅਸੀਂ ਕਹਿੰਦੇ ਵੀ ਲੋਕਾਂ ਨੂੰ ਮਤਲਬ ਜਿਹੜਾ ਅੱਜ ਪਹਿਲਾ ਦਿਨ ਹੈ
ਉਹਦੇ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਸੀਂ 11 ਤੋਂ 5 ਜਿਹੜਾ ਲੱਗਿਆ ਉਹ ਕਰਫਿਊ ਵੀ ਉਹਦੇ ਬਾਰੇ ਜਾਣਕਾਰੀ ਇਹਨਾਂ ਨੂੰ ਲੋਕਾਂ ਨੂੰ ਦੇ ਰਹੇ ਹਾਂ। ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਹੈਗਾ ਵੀ ਜਿਹੜਾ ਮੈਂ ਉਹਨਾਂ ਨੂੰ ਐਂ ਦੱਸਿਆ ਵੀ ਤੁਸੀਂ ਕੱਲ੍ਹ ਤੋਂ ਬਾਅਦ ਸਾਡੇ ਕੋਲ ਜੇ ਕੋਈ ਆਊਗਾ ਅਸੀਂ ਤੁਹਾਡੇ ਵੱਲ ਕਾਨੂੰਨੀ ਕਾਰਵਾਈ ਕਰਾਂਗੇ। ਇਹ ਸਾਡੇ ਵੱਲੋਂ SHO ਸਾਹਿਬ ਤੇ DSP ਸਾਹਿਬ ਵੱਲੋਂ SSP ਸਾਹਿਬ ਵੱਲੋਂ ਸਾਨੂੰ ਹੁਕਮ ਨੇ। ਅਸੀਂ ਤੁਹਾਨੂੰ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਸੀਂ ਆਪਣਾ 11 ਤੋਂ 5 ਜਿਹੜਾ ਲੋਕਡਾਊਨ ਦਾ ਇਹ ਹੈਗਾ ਕਰਫਿਊ ਦਾ, ਇਹਦੇ ਬਾਰੇ ਧਿਆਨ ਰੱਖਿਓ ਜੀ। ਇਹਦੇ ਵਾਸਤੇ ਆਪਾਂ ਸਾਰਿਆਂ ਲੋਕਾਂ ਨੂੰ ਦੱਸ ਰਹੇ ਹਾਂ ਤੇ ਆਪਣਾ ਇਹ ਡਿਊਟੀ ਆਪਣੇ ਅਸੀਂ ਕਰ ਰਹੇ ਹਾਂ ਜੀ। ਬਾਕੀ ਗੱਲ ਇਹ ਹੈ ਜੀ, ਜੋ ਅਫਸਰਾਂ ਦੇ ਹੁਕਮ ਹੋਣਗੇ ਉਹ ਹੁਕਮਾਂ ਦੇ ਮੁਤਾਬਕ ਅਸੀਂ ਚੱਲਾਂਗੇ। ਰਾਜ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਸਮਾਂ ਰੱਖਿਆ ਗਿਆ ਹੈ। ਜਿੱਥੇ ਨਾਈਟ ਕਰਫਿਊ ਲੱਗਿਆ ਉਹਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ ਸ਼ਾਮਲ ਨੇ। ਨਾਈਟ ਕਰਫਿਊ ਵਾਲੇ ਜ਼ਿਲ੍ਹਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਥਾਨਕ ਪ੍ਰਸ਼ਾਸਨ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕਦਮ ਚੁੱਕ ਰਿਹਾ ਹੈ। ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਅਧਿਆਪਕ ਸਕੂਲ ਆਉਣਗੇ। ਇਸ ਪਿੱਛੇ ਵੱਡਾ ਕਾਰਨ ਭੀੜ ਤੋਂ ਬਚਣਾ ਹੈ। ਹੁਣ ਗੱਲ ਕਿਸਾਨਾਂ ਦੀ। ਚੁਣਾਵੀ ਰਾਜਾਂ ਦੇ ਵਿੱਚ ਅੰਦੋਲਨਕਾਰੀ ਕਿਸਾਨ ਲਗਾਤਾਰ BJP ਦੇ ਖਿਲਾਫ ਨਿੱਤਰੇ ਹੋਏ ਨੇ। ਪੱਛਮੀ ਬੰਗਾਲ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਜਾਰੀ ਨੇ। ਕਿਸਾਨ ਲੀਡਰ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ BJP ਨੂੰ ਵੋਟ ਨਾ ਪਾਈ ਜਾਵੇ। रोटी के लाले पड़े हुए हैं और सरकार ਚੁਣਾਵੀ ਸੂਬਿਆਂ ਵਿੱਚ ਅੰਦੋਲਨਕਾਰੀ ਕਿਸਾਨਾਂ ਨੇ BJP ਦੀ ਮੁਸੀਬਤ ਵਧਾ ਦਿੱਤੀ ਹੈ। ਪੱਛਮੀ ਬੰਗਾਲ ਪਹੁੰਚੇ ਕਿਸਾਨ ਲੀਡਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ BJP ਨੂੰ ਵੋਟ ਨਾ ਪਾਉਣ। संदेश ये है कि किसी को और को देख लिया वोट तो हमने देख ली थी, इसको हमारा इलाज कर दिया, या अपने ही वोट देगी और अपने कंधे पे बट्टेगी। फिर सरकार जब न माने तो लोकतंत्र में वोट बनवाता है। जब वोट की चोट से ही सरकारें बनती हों और बिगड़ती हों तो हम आए हैं कि ये सरकार जालिम हो गई है, सरकार सुन नहीं रही है, मोदी जी बात को अनसुनी कर रहे हैं। इसलिए सुनने के लिए जरूरी है कि बंगाल में इनको बहिष्कृत करो। इसलिए बंगाल की जनता से कहने आए हैं, वोट चाहे किसी को देना, BJP को मत देना। BJP अगर यहाँ पर बुरी तरह परास्त होगी, जो 200 पार का नारा दे रही है, जो 20 पार नहीं कर पाएगी, तो हाँ उन्हें सोचना पड़ेगा कि दिल्ली में किसानों से बात करनी चाहिए। 27 ਮਾਰਚ ਤੋਂ 29 ਅਪ੍ਰੈਲ ਤੱਕ ਦੇਸ਼ ਦੇ 5 ਰਾਜਾਂ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। 2 ਮਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਕਿਸਾਨ ਲੀਡਰ BJP ਖਿਲਾਫ ਇਨ੍ਹਾਂ ਰਾਜਾਂ 'ਚ ਨਿੱਤਰੇ ਹੋਏ ਨੇ। ਅੱਜ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਪੱਛਮੀ ਬੰਗਾਲ 'ਚ ਲੋਕਾਂ ਨੂੰ BJP ਖਿਲਾਫ ਲਾਮਬੰਦ ਕਰ ਰਹੇ ਨੇ। ਹੁਣ ਇਹ ਤਸਵੀਰਾਂ ਸੰਗਰੂਰ ਦੀਆਂ ਨੇ। ਇੱਥੇ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨ ਕਿਸਾਨਾਂ ਨੇ ਮੋਟਰਸਾਈਕਲ ਰੈਲੀ ਕੱਢੀ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਇਸ ਰੈਲੀ ਰਾਹੀਂ ਅਪੀਲ ਕੀਤੀ ਗਈ ਕਿ ਲੋਕ ਵੱਧ ਤੋਂ ਵੱਧ ਦਿੱਲੀ ਬਾਰਡਰ ਪਹੁੰਚਣ। ਜੋ ਸਾਡਾ ਖੇਤੀ ਕਾਨੂੰਨਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਚੱਲ ਰਿਹਾ ਹੈ, ਉਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਕਿ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਇਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਬਾਰਡਰਾਂ ਤੇ ਮਨਾਉਣੇ ਆ। ਬਸੰਤੀ ਪੱਗਾਂ ਬੰਨ੍ਹ ਕੇ ਨੌਜਵਾਨ ਮੋਰਚੇ 'ਚ ਸ਼ਾਮਲ ਹੋਣ। ਤਾਂ ਉਸ ਸੱਦੇ ਨੂੰ ਲੋਕਾਂ ਤੱਕ, ਨੌਜਵਾਨਾਂ ਤੱਕ ਪਹੁੰਚਾਉਣ ਦੇ ਲਈ ਅੱਜ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਇਹ ਮੋਟਰਸਾਈਕਲ ਮਾਰਚ ਪਿੰਡਾਂ 'ਚ ਕੱਢ ਰਹੇ ਹਾਂ, ਔਰ ਜਿਹਦੇ ਰਾਹੀਂ ਅਸੀਂ ਪਿੰਡਾਂ 'ਚ ਸੱਦਾ ਦੇਣਾ ਨੌਜਵਾਨਾਂ ਨੂੰ ਕਿ ਉਹ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਣ। ਅਸੀਂ ਪੰਜਾਬ ਦੇ ਵਿੱਚੋਂ 6 ਥਾਵਾਂ ਤੋਂ ਜਿਹੜੀ ਮਿੱਟੀ ਲੈ ਕੇ ਉਹ ਮੋਰਚਿਆਂ 'ਚ ਸ਼ਾਮਲ ਹੋਵਾਂਗੇ, ਜਿਹਦੇ 'ਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ, ਉਹਨਾਂ ਦਾ ਜਿਹੜਾ ਸੰਸਕਾਰ ਦਾ ਸਥਾਨ ਹੁਸੈਨੀਵਾਲਾ, ਜਲਿਆਂਵਾਲਾ ਬਾਗ ਦੀ ਧਰਤੀ ਤੋਂ, ਅਤੇ ਇਸੇ ਤਰ੍ਹਾਂ ਸ਼ਹੀਦ ਆਜ਼ਮ ਸਰਾਭੇ ਦੀ ਪਿੰਡ ਦੀ ਧਰਤੀ ਤੋਂ, ਸ਼ਹੀਦ ਊਧਮ ਸਿੰਘ ਸਨਾਮ ਦੀ ਧਰਤੀ ਤੋਂ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਤੋਂ, ਇਹਨਾਂ ਅਸਥਾਨਾਂ ਤੋਂ ਅਸੀਂ ਮਿੱਟੀ ਲੈ ਕੇ ਉਹ ਬਾਰਡਰਾਂ ਤੇ ਸ਼ਾਮਲ ਹੋਵਾਂਗੇ ਤੇ ਉੱਥੇ ਜਾ ਕੇ ਪ੍ਰਣ ਕਰਾਂਗੇ ਕਿ ਉਹਨਾਂ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਸਮੁੱਚੇ ਨੌਜਵਾਨ ਇਹ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਸੰਘਰਸ਼ ਕਰਨਗੇ ਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ।
ਇਸ ਦੌਰਾਨ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਸੂਬੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਅੰਦੋਲਨ 'ਚ ਸਹਿਯੋਗ ਦੇਣ। ਵੇਖੋ ਇਹ ਪੰਜਾਬ ਦੇ ਵਿੱਚ ਰੈਲੀਆਂ ਨਿਕਲਣੀਆਂ ਬਹੁਤ ਜ਼ਰੂਰੀ ਆ ਬਿਕਾਜ਼ ਇਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਗਲਤ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਸੀਗੀਆਂ ਕਿ ਕਿਸਾਨ ਬਾਰਡਰ ਤੋਂ ਉੱਠ ਕੇ ਵਾਪਸ ਜਾ ਰਹੇ ਨੇ, ਪਰ ਕਿਸਾਨਾਂ ਨੂੰ ਜਦੋਂ ਵਾਪਸ ਸੱਦਾ ਦਿੱਤਾ ਜਾਂਦਾ ਫਿਰ ਭਾਰੀ ਮਾਤਰਾ ਦੇ ਵਿੱਚ ਵਾਪਸ ਟਿਕਰੀ ਬਾਰਡਰ ਹੋਵੇ ਭਾਵੇਂ ਸਿੰਘੂ ਬਾਰਡਰ ਹੋਵੇ ਵਾਪਸ ਆ ਜਾਂਦੇ ਨੇ। ਸੋ ਇਹ ਆਪਣੇ ਯੂਥ ਨੂੰ ਨਾਲ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ, ਬਟ ਦੈਟ ਇਜ਼ ਰੀਅਲੀ ਨਾਈਸ ਕਿ ਇੰਨੀ ਗਰਾਊਂਡ ਲੈਵਲ ਤੱਕ ਅਵੇਅਰਨੈਸ ਆ ਚੁੱਕੀ ਆ ਕਿਸਾਨ ਅੰਦੋਲਨ ਦੀ। ਉਹੀ ਮੈਂ ਤੁਹਾਨੂੰ ਕਿਹਾ ਵੀ ਗਰਾਊਂਡ ਲੈਵਲ ਤੇ ਅਵੇਅਰਨੈਸ ਆ, ਸਾਰਿਆਂ ਨੂੰ ਪਤਾ ਹੈ ਇਸ ਬਿੱਲਾਂ ਦੀ ਨੌਲੇਜ ਆ, ਯੂਥ ਹੋਵੇ ਭਾਵੇਂ ਇੱਕ ਛੋਟੇ ਤੋਂ ਛੋਟਾ ਬੱਚਾ ਹੋਵੇ। ਆਉਣ ਵਾਲੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਉੱਤੇ ਆਉਣ ਵਾਲੀਆਂ ਇਲੈਕਸ਼ਨਸ ਦੇ ਉੱਤੇ ਵੀ ਇਹਦਾ ਕਾਫੀ ਜ਼ਿਆਦਾ ਅਸਰ ਹੋਊਗਾ ਔਰ ਹੋਣਾ ਵੀ ਚਾਹੀਦਾ ਆ ਬਿਕਾਜ਼ ਉਹਨਾਂ ਲੋਕਾਂ ਕਰਕੇ ਹੀ ਅੱਜ ਆਪਾਂ ਸੜਕਾਂ ਦੇ ਉੱਤੇ ਖੜੇ ਆ ਔਰ ਮੈਨੂੰ ਲੱਗਦਾ ਇੰਨੀ ਕੁ ਅਵੇਅਰਨੈਸ ਪਿੰਡਾਂ ਥਾਵਾਂ ਤੇ ਛੋਟੇ ਗਰਾਊਂਡ ਲੈਵਲ ਤੇ ਹੋਣੀ ਬਹੁਤ ਜ਼ਰੂਰੀ ਸੀਗੀ। ਮੈਂ ਯੂਥ ਤੇ ਜਿਵੇਂ ਲੜਕੇ ਤੇ ਹੈਗੇ ਨੇ ਹਨਾ ਇਸ ਅੰਦੋਲਨ ਦੇ ਵਿੱਚ, ਪਰ ਨੌਜਵਾਨ ਕੁੜੀਆਂ ਮੈਨੂੰ ਦੇਖਣ ਲਈ ਨਹੀਂ ਮਿਲਦੀਆਂ ਬਿਕਾਜ਼ ਮੈਨੂੰ ਲੱਗਦਾ ਵੀ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਸੇਫਟੀ ਪੱਖੋਂ ਸਹੀ ਨਹੀਂਗਾ। ਬਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲੇ ਦਿਨ ਤੋਂ ਇਸ ਅੰਦੋਲਨ ਦੇ ਨਾਲ ਜੁੜੀ ਹਾਂ ਔਰ ਪਹਿਲੇ ਦਿਨ ਤੋਂ ਮੈਂ ਧਰਨੇ ਦੇ ਵਿੱਚ ਦਿੱਲੀ ਵੀ ਰਹਿ ਰਹੀ ਹਾਂ। ਸੋ ਇੱਕ ਟੈਂਟ ਦੇ ਵਿੱਚ ਉੱਥੇ ਰਹਿਣਾ, ਉੱਥੇ ਜਿੰਨੀ ਸੇਫਟੀ ਆ ਉੱਥੇ ਉਹੋ ਜਿਹੀ ਸੇਫਟੀ ਤੁਹਾਨੂੰ ਘਰ ਵੀ ਮੈਨੂੰ ਲੱਗਦਾ ਵੀ ਓਨੀ ਸੇਫਟੀ ਨਹੀਂ ਹੋਊਗੀ ਜਿੰਨਾ ਉੱਥੇ ਪਿਆਰ ਕਰਦੇ ਨੇ ਸਾਰੇ ਔਰ ਜਿੰਨਾ ਮਾਨ ਸਤਿਕਾਰ ਦਿੰਦੇ ਨੇ। ਸੋ ਵੱਧ ਤੋਂ ਵੱਧ ਸਾਡੀਆਂ ਨੌਜਵਾਨ ਕੁੜੀਆਂ ਨੂੰ ਵੀ ਇਹਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਸਾਡੀਆਂ ਬਜ਼ੁਰਗ ਮਾਵਾਂ ਜਿਹੜੀਆਂ 80-80 ਸਾਲ ਦੀਆਂ ਜੇ ਉਹ ਉੱਥੇ ਬੈਠੀਆਂ ਆ ਕੇ ਤੇ ਅਸੀਂ ਕਿਉਂ ਨਹੀਂ ਉਹਨਾਂ ਦੀ ਸੇਵਾ ਕਰਨ ਵਾਸਤੇ ਉੱਥੇ ਪਹੁੰਚ ਸਕਦੇ। ਸਾਫ਼ ਹੈ ਲੋਕ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਲਾਮਬੰਦ ਹੋ ਰਹੇ ਨੇ। ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਟੁੱਟਿਆ ਹੋਇਆ ਹੈ। ਕਿਸਾਨ ਮੰਗ ਕਰ ਰਹੇ ਨੇ ਕਿ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰੇ ਅਤੇ MSP ਦੀ ਕਾਨੂੰਨੀ ਗਾਰੰਟੀ ਦੇਵੇ, ਪਰ ਇਸ ਦੇ ਲਈ ਸਰਕਾਰ ਰਾਜੀ ਨਹੀਂ ਹੈ। ਕਿਸਾਨ ਆਪਣੇ ਅੰਦੋਲਨ ਨੂੰ ਭਖਾ ਰਹੇ ਨੇ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਦੱਸਾਂਗੇ ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ ਕਿੱਥੇ ਹੋਏ ਨੇ ਕੇਸ ਦਰਜ। ਦਿੱਲੀ ਬਾਰਡਰ ਤੇ ਪੱਕੇ ਮਕਾਨ ਬਣਾਉਣ ਵਾਲੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਹੋਏ ਨੇ। NHAI ਅਤੇ ਨਗਰਪਾਲਿਕਾ ਕੁੰਡਲੀ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ਤੇ ਪੱਕੇ ਮਕਾਨ ਬਣਾਏ ਨੇ। ਤਸਵੀਰਾਂ ਸਿੰਘੂ ਬਾਰਡਰ ਦੀਆਂ ਨੇ। ਸਰਦੀ ਦੇ ਮੌਸਮ ਬਾਅਦ ਹੁਣ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਕਿਸਾਨਾਂ ਨੇ ਬਾਰਡਰ ਉੱਤੇ ਮਕਾਨ ਉਸਾਰਨੇ ਸ਼ੁਰੂ ਕਰ ਦਿੱਤੇ ਨੇ। ਇਹ ਉੱਚੀਆਂ ਕੱਢੀਆਂ ਕੰਧਾਂ ਕਿਸਾਨਾਂ ਦੇ ਹੌਸਲੇ ਦਾ ਕੱਦ ਦੱਸ ਰਹੀਆਂ ਨੇ ਕਿਉਂਕਿ ਸਥਾਨਕ ਪ੍ਰਸ਼ਾਸਨ ਨੇ ਕਿਸਾਨਾਂ ਤੱਕ ਪਹੁੰਚ ਕਰਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਸੁਣ ਲਓ। जो नरेंद्र मोदी है वो अपनी जिद पे अड़ा हुआ है, तो किसान भी अब गर्मी में इस तपती धूप में कैसे रहेंगे, इसलिए ये मकान ये बना रहे हैं। तो अब देखिए ये पंजाबी जो है इनकी विरासत है, ये अच्छा खाते हैं, अच्छा पहनते हैं और अच्छी जगह रहते हैं, इसलिए ये ईंटें मंगवा कर मकान बना रहे हैं। और ये मकान पूरा बन जाएगा, इस पर छत डलेगी और इसमें AC लगाकर जो बुजुर्ग आदमी हैं, हमारी और बहनें यहाँ आ रही हैं, उनके रहने के लिए इंतजाम किया जा रहा है। तो इसलिए ये मकान बन रहा है। तो ये कल हम तो यूपी में थे, हमको पता चला था कि लोकल SHO आया था कुंडली, वो इनको रोक कर गया है कि इनको अभी मत बनाओ आप, तो हमको ऊपर से प्रेशर है। मैं ये आपको बताना चाहता हूँ मकान ये रोकेंगे नहीं। अगर नरेंद्र मोदी जी चाहते हैं कि NH1 के ऊपर मकान ना बने तो फिर उनको चाहिए कि ये तीनों कृषि कानून वापस ले और MSP पे लिखित गारंटी दे, कानून बनाए और सब किसानों को उनके घर भेजे सुरक्षित। किसानों को यहाँ रोड पे रहने का कोई शौक थोड़ी ना है, तो वो तो मजबूरी बस रह रहे हैं। अगर रहेंगे तो जितना समय रहेंगे, अगर नरेंद्र मोदी नहीं मानते 2024 तक रहेंगे तो फिर ऐसे मकान बना के रहेंगे। ऐसे मकान हर बॉर्डर पे बनेंगे तो अपने ईंटों के पक्के मकान बनाकर रहेंगे। जब ये बोलेंगे तो मकान हम खोल लेंगे। अगर मान जाएंगे नरेंद्र मोदी कि ये तीनों कृषि कानून हमने वापस ले लिया, मकान खोल के वापस चले जाएंगे। ਸਾਫ਼ ਹੈ ਕਿਸਾਨ ਪਿੱਛੇ ਹਟਣ ਵਾਲੇ ਨੇ ਕਿਉਂਕਿ ਇਹਨਾਂ ਕੰਧਾਂ ਵਿੱਚ ਤਾਂ ਹਾਲੇ AC ਫਿੱਟ ਹੋਣੇ ਨੇ ਜੋ ਮੌਸਮੀ ਗਰਮੀ ਤੋਂ ਕਿਸਾਨਾਂ ਨੂੰ ਠੰਡ ਦੇਣਗੇ। ਹਾਲਾਂਕਿ ਇਸ ਦੌਰਾਨ ਕਿਸਾਨਾਂ ਨੂੰ ਉਡੀਕ ਹੋਵੇਗੀ ਕਿ ਸਰਕਾਰ ਵੱਲੋਂ ਠੰਡਾ ਬੁੱਲਾ ਕਦੋਂ ਆਉਂਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ BJP ਲੀਡਰ ਸ਼ਵੇਤ ਮਾਲਿਕ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।
ਉਧਰ ਕਰਨਾਲ ਦੇ ਵਿੱਚ ਨੀਲੋ ਖੇੜੀ ਤੋਂ ਆਜ਼ਾਦ ਵਿਧਾਇਕ ਧਰਮਪਾਲ ਗੋਂਦਰ ਦੇ ਪ੍ਰੋਗਰਾਮ ਦੇ ਖਿਲਾਫ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ। ਇੱਥੇ ਬੀਜੇਪੀ ਲੀਡਰ ਸ਼ਵੇਤ ਮਾਲਿਕ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਸ਼ਵੇਤ ਮਾਲਿਕ ਰਣਜੀਤ ਐਵੀਨਿਊ ਸਥਿਤ ਸਰਕਾਰੀ ਹਸਪਤਾਲ 'ਚ ਕੋਵਿਡ ਵੈਕਸੀਨੇਸ਼ਨ ਦਾ ਜਾਇਜ਼ਾ ਲੈਣ ਪਹੁੰਚੇ ਸਨ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਸ਼ਵੇਤ ਮਾਲਿਕ ਖਿਲਾਫ ਨਾਅਰੇਬਾਜ਼ੀ ਕੀਤੀ। ਦੇਖੋ ਅੱਜ ਕਿਸਾਨਾਂ ਵੱਲੋਂ ਜਿਹੜਾ ਵਾ ਇਹ ਸ਼ਵੇਤ ਮਾਲਿਕ ਫਿਰ ਇੱਥੇ ਵਾਰ-ਵਾਰ ਜਿਹੜਾ ਵਾ ਉਹ ਸਾਡੀ ਨਬਜ਼ ਪਰਖਣ ਲਈ ਆ ਜਾਂਦੇ ਆ ਕਿ ਇਹ ਕਿਸਾਨ ਜਿਹੜਾ ਵਾ ਉਹ ਕਿੰਨਾ ਕੁ ਵਿਰੋਧ ਕਰਦੇ ਆ। ਬਾਅਦ ਵਿੱਚ ਬੇਸ਼ਰਮਾ ਵਾਂਗੂ ਕਹਿਣ ਦਿੰਦੇ ਇਹ ਕਿਸਾਨ ਨਹੀਂਗੇ। ਜੇ ਇਹ ਕਿਸਾਨ ਨਹੀਂਗੇ ਤੇ ਇਹ ਵੀ ਸਾਨੂੰ ਦਿਖਾ ਦੇਣ ਕਿ ਜਿਹੜੇ ਬੀਜੇਪੀ ਦੇ ਕਿਸਾਨ ਕਿਹੜੇ ਹੈਗੇ ਆ, ਕਿਉਂਕਿ ਬੀਜੇਪੀ ਦੇ ਕੁਝ ਕੁ ਚਮਚੇ ਜਿਹੜਾ ਕਿਸਾਨ ਨਹੀਂਗੇ। 85% ਭਾਰਤ ਦੇ ਵਿੱਚ ਕਿਸਾਨ ਨੇ, ਉਹਨਾਂ 'ਚ ਅਸੀਂ ਆਉਂਦੇ ਆ। ਅਸੀਂ ਸਾਰੇ ਕਿਸਾਨ ਆ, ਅਸੀਂ ਕੋਈ ਵੀ ਕਿਸੇ ਪਾਰਟੀ ਨਾਲ ਲਿੰਕ ਨਹੀਂ ਰੱਖਦੇ। ਇਹ ਵਾਰ-ਵਾਰ ਜਿਹੜਾ ਵਾ ਉਹ ਨਬਜ਼ ਪਰਖਣ ਵਾਸਤੇ ਬਾਹਰ ਆਉਂਦੇ ਆ। ਅਸੀਂ ਇਹਨਾਂ ਨੂੰ ਉਨੀ ਦੇਰ ਤੱਕ ਬਾਹਰ ਨਹੀਂ ਆਉਣ ਦੇਵਾਂਗੇ ਜਿੰਨੀ ਦੇਰ ਤੱਕ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਐਮਐਸਪੀ ਪੂਰੇ ਭਾਰਤ ਵਿੱਚ ਲਾਗੂ ਨਹੀਂ ਹੋ ਜਾਂਦੀ। ਬੀਜੇਪੀ ਦਾ ਵਿਰੋਧ ਜਿਹੜੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਫੈਸਲਾ ਹੈ ਉਹਦੇ ਵੱਲੋਂ ਜਿੱਥੇ-ਜਿੱਥੇ ਇਲੈਕਸ਼ਨ ਹੋ ਰਹੀ ਹੈ, ਜੇ ਇਲੈਕਸ਼ਨ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਹੁੰਦੀ ਹੈ ਤਾਂ ਫਿਰ ਬੀਜੇਪੀ ਨੂੰ ਆਪਣੀ ਔਕਾਤ ਦਾ ਆਪਣੇ ਆਪ ਪਤਾ ਲੱਗ ਜਾਊਗਾ ਕਿ ਇਹਨਾਂ ਨੂੰ ਜਿਹੜਾ ਵਾ ਹੁਣ ਪੱਛਮੀ ਬੰਗਾਲ 'ਚ ਜਾਂ ਜਿੱਥੇ-ਜਿੱਥੇ ਚੋਣ ਹੋ ਰਹੀ ਹੈ ਉੱਥੇ ਬੁਰੀ ਤਰ੍ਹਾਂ ਹਾਰਨਗੇ ਜੇ ਚੋਣ ਸਹੀ ਤਰੀਕੇ ਨਾਲ ਹੁੰਦੀ ਹੈ। ਜੇ ਜਿਹੜਾ ਮਸ਼ੀਨਾਂ ਦੇ ਵਿੱਚ ਹੇਰਾਫੇਰੀ ਹੋ ਜਾਂਦੀ ਹੈ ਕੁਝ ਵੀ ਹੈ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਮਸ਼ੀਨਾਂ ਦੇ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਚੋਣ ਹੋਣੀ ਨਹੀਂ ਚਾਹੀਦੀ। ਚੋਣ ਜਿਹੜੀ ਉਹ ਬੈਲਟ ਪੇਪਰਾਂ ਰਾਹੀਂ ਹੋਊਗੀ ਤੇ ਫਿਰ ਇਹਨਾਂ ਨੂੰ ਆਪਣੀ ਔਕਾਤ ਆਪਣੇ ਆਪ ਬੀਜੇਪੀ ਨੂੰ ਪਤਾ ਲੱਗ ਜਾਊਗਾ। ਅਗਲੀਆਂ ਤਸਵੀਰਾਂ ਕਰਨਾਲ ਦੀਆਂ ਨੇ। ਇੱਥੇ ਨਿਸੰਗ 'ਚ ਕਿਸਾਨਾਂ ਨੇ ਨੀਲੋ ਖੇੜੀ ਤੋਂ ਆਜ਼ਾਦ ਵਿਧਾਇਕ ਧਰਮਪਾਲ ਗੋਂਦਰ ਦੇ ਪ੍ਰੋਗਰਾਮ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਗਊਸ਼ਾਲਾ ਦੇ ਇੱਕ ਪ੍ਰੋਗਰਾਮ 'ਚ ਵਿਧਾਇਕ ਨੂੰ ਪਹੁੰਚਣਾ ਸੀ ਪਰ ਵਿਰੋਧ ਨੂੰ ਵੇਖਦਿਆਂ ਉਹ ਨਹੀਂ ਆਈ। धर्मपाल गोंदर ने हल्का नीलो खड़ी की जनता के साथ विश्वासघात किया है। धर्मपाल गोंदर को बीजेपी के विरोध में वोट डाले गए थे और जनता के हक में इसको खड़े होना चाहिए था। 9 तारीख को इसको ज्ञापन भी देने गए और इन्होंने वाइफ ने आश्वासन भी दिया था कि हम आपके हक में वोट डालेंगे और ये पहले बातें भी करते थे कि मैं किसानों के साथ हूँ, लेकिन 10 तारीख को इसका पता चल गया ये किसानों के साथ हैं या विरोध में है और दोगली राजनीति हम इनकी नहीं चलने देंगे। जो ये विधायक हैं उसी दिन से दोगली राजनीति कर रहे हैं। ये कभी तो अपनी वीडियो डालकर बोलते हैं हम किसानों के साथ हैं, लेकिन सपोर्ट ये बीजेपी की करते हैं। अगर पहले दिन से विधायक और एमपी किसानों के साथ होते आज इस आंदोलन का हल हो गया होता। जो हमारे 400 से ऊपर किसान शहीद हो गए हैं, 4 महीने से किसान अपनी खेती छोड़ के अपने बच्चे छोड़कर वहां बैठे हैं, हमें बैठना ना पड़ता। और 9 तारीख को इनको लास्ट मौका देने के लिए आप सभी मीडिया ने कवरेज भी किया था। हम इनके आवास स्थान पर भी पहुंचे थे और इनको किसानों ने बोला था आज लास्ट मौका है, या तो किसानों के हक में आ जाओ, जे किसानों के हक में नहीं आओगे तो पूर्ण तौर से आपका राजनीतिक सामाजिक बहिष्कार कर दिया जाएगा। ਹਰਿਆਣਾ ਵਿਧਾਨ ਸਭਾ ਵਿੱਚ ਖੱਟਰ ਸਰਕਾਰ ਨੇ ਬੇਭਰੋਸਗੀ ਮਤੇ ਤੇ ਹੋਈ VOTING 'ਚ ਜਿੱਤ ਹਾਸਲ ਕੀਤੀ ਸੀ। ਬੇਭਰੋਸਗੀ ਮਤੇ ਦੇ ਪੱਖ 'ਚ 32 ਅਤੇ ਵਿਰੋਧ ਵਿੱਚ 55 ਵੋਟ ਪਏ ਸਨ। ਵਿਧਾਨ ਸਭਾ 'ਚ ਭਾਵੇਂ ਖੱਟਰ ਸਰਕਾਰ ਨੇ ਆਪਣੀ ਸਾਖ ਬਚਾ ਲਈ ਪਰ ਸੂਬੇ ਦੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ। ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਦੱਸਾਂਗੇ ਫਰਜ਼ੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿੱਥੇ ਹੋਈ ਰੇਡ। ਕਰਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਖੰਨਾ 'ਚ ਫਰਜ਼ੀ ਬਿੱਲਾਂ ਨੂੰ ਲੈ ਕੇ ਰੇਡ ਕੀਤੀ ਗਈ। ਐਡੀਸ਼ਨਲ ਕਮਿਸ਼ਨਰ ਦਾ ਦਾਅਵਾ ਹੈ ਕਿ ਕਰੀਬ 700 ਕਰੋੜ ਦੇ ਫਰਜ਼ੀ ਬਿੱਲ ਕੱਟੇ ਗਏ ਨੇ। ਕਰਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਬਣਾਈਆਂ ਟੀਮਾਂ ਨੇ ਖੰਨਾ ਵਿਖੇ ਬੋਗਸ ਬਿਲਿੰਗ ਨੂੰ ਲੈ ਕੇ ਕੁਝ ਘਰਾਂ ਉੱਤੇ ਰੇਡ ਕੀਤੀ। ਰੇਡ ਬਾਰੇ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇੱਕ ਕਾਰ ਤੋਂ ਸ਼ੁਰੂ ਹੋਈ ਜਾਂਚ ਹੁਣ ਤੱਕ 700 ਕਰੋੜ ਦੀ ਬੋਗਸ ਬਿਲਿੰਗ ਤੱਕ ਪਹੁੰਚ ਗਈ ਹੈ। 700 ਕਰੋੜ ਦੇ ਫਰਜ਼ੀ ਬਿੱਲ ਕੱਟ ਕੇ 122 ਕਰੋੜ ਰੈਵਨਿਊ ਦਾ ਨੁਕਸਾਨ ਕੀਤਾ ਗਿਆ ਹੈ।
ये बेसिकली जो इशू है ये जीएसटी इवेजन का है। इसमें हमें कुछ एक स्पेसिफिक इन्फॉर्मेशन मिली थी लास्ट टाइम एक गाड़ी पकड़ने के बाद कि काफ़ी सारी जो लोकल फर्म्स है वो अपना माल बगैर बिल के जो है वो बेच देती है फर्नेसेस वगैरह को, लेकिन इनके लिए जो बिल है वो दिल्ली से शुरू होके यहाँ पे कुछ फर्म्स के थ्रू जो है इनको बोगस बिल मिलता है। तो उसके बेसिस पे हमने इन्वेस्टिगेशन की तो हमें टोटल 44 फर्मों की एक लिस्ट मिली, जिसमें कि हमें पता चला कि इनका कॉमन लिंक है, चाहे मोबाइल नंबर्स के थ्रू या ईमेल आईडीज़ के थ्रू, और कुछ बंदे जिनके नाम पे 5-7 लोगों की लिस्ट कि जिनके नाम पे वो सारी फर्म्स रजिस्टर्ड थी। और उसके बाद हमने उनकी प्रॉपर इन्वेस्टिगेशन की कि इन्होंने कहाँ से बैंक्स के थ्रू कैश विड्रॉ किया है, किस तरीके से इसका मूवमेंट हुआ है, इनकी गाड़ियाँ दिल्ली से नहीं आई क्योंकि वो टोल प्लाजाज में उनकी एंट्री नहीं थी। वो सारा हमने इस्टेब्लिश करने के बाद कमिश्नर साहब जो हमारे जीएसटी के हैं नीलकंठ सर, उनके अप्रूवल के बाद जो है इन सारे लोगों को आज हमने पहले इनके घर पे इंस्पेक्शन की, वहाँ से हमें कुछ काफ़ी सारे डॉक्यूमेंट्स मिले, और इसके अलावा इनके पास जो मोबाइल फ़ोन्स थे जिसमें कि जिनके थ्रू ये बिल्स जो है वो बनाते थे और बेचते थे आगे अपने जिन लोगों को भी इन्होंने बिल्स देनी होती थी, तो वो सारे मोबाइल फ़ोन जो है वो हमें मिले। और उसके बाद हमने इनको कन्फ्रंट किया और दे हैव एक्सेप्टेड कि हाँ इनमें से जो मेजर दो तीन बंदे थे, जिनमें से कि आप जानते होंगे आपके अभी शायद कैंडिडेट भी रहे हैं इस बार के इलेक्शन में, एक बार एमसी इलेक्शंस में, तो उन्होंने ये बात मानी है कि ये सारी बोगस नेटवर्क जो है वो कुछ फर्मों का वो चलाते थे। और साथ में हमें कुछ और इन्फॉर्मेशन भी मिली है कि इनके साथ में कुछ और भी लोग हैं जो कि यहाँ पे चाहे खन्ना में या फिर खन्ना से बाहर कई जगहों पे और काम कर रहे हैं, तो वहाँ पे भी हमें जो इन्फॉर्मेशन मिली है उसको भी अब हम आगे लेके जाएंगे। इसके अलावा जो अकाउंटेंट वगैरह था जो इनको सपोर्ट करता था इसकी उसमें उसके घर पे भी हमने सर्च की है, वहाँ से भी हमें काफ़ी सारे डॉक्यूमेंट्स वगैरह जो है वो मिले हुए हैं। एंड होपफुली जो बाकी फर्म्स है जो इनका बेनिफिट ले रही थी उनके खिलाफ भी जो है हम कार्रवाई करेंगे और जितना टैक्स की चोरी हुई है वो वापस ली जाएगी। लगभग टोटल जो बिलिंग इन्होंने की है वो 700 करोड़ के आसपास की बोगस बिलिंग की है, और इसमें 122 करोड़ का जो है टैक्स का लॉस हुआ है गवर्नमेंट का। इस दे किंगपिन 4 लोग दसे गए ने। आज हमने 5 लोगों को अरेस्ट किया है और इसके अलावा 2 और थे जो कि हमें उनकी लोकेशन जो है उन्होंने एड्रेस चेंज कर लिया था, वी कुड नॉट बी एबल टू ट्रेस देम, बट हमारी टीम्स जो है वो लगी हुई है। और इसके अलावा भी वी आर एक्सपेक्टिंग कि इस केस में और भी अरेस्ट। किंगपिन कौन है? इसमें अभी तक जो हमें पता चला है कि 4 लोग जो मेजर हमें इसमें से थे उसमें से 2 अरेस्ट हो गए हैं, 2 और जो है वो ऑन द बेसिस ऑफ इनके स्टेटमेंट्स के बेसिस पे जो हमें पता चला है कि जो इनको सपोर्ट करते थे 2 और मेजर लोग, उनको भी हम इसके बाद जो है आगे विल बी टेकिंग देम टू द टास्क और उनके खिलाफ जो लीगल कार्रवाई करनी होगी वो की जाएगी। ਜਾਂਚ ਪ੍ਰਭਾਵਿਤ ਨਾ ਹੋਵੇ ਇਸ ਲਈ ਜਾਂਚ ਟੀਮ ਹਾਲੇ ਕੁਝ ਮੁਲਜ਼ਮਾਂ ਦੇ ਨਾਮ ਨਹੀਂ ਦੱਸਣਾ ਚਾਹੁੰਦੀ। ਵਿਭਾਗ ਨੇ ਬਹੁਤ ਸਾਰੇ ਫਰਜ਼ੀ ਬਿੱਲ ਕਾਗਜ਼ਾਤ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਫਿਲਹਾਲ ਦੇ ਲਈ ਇੰਨਾ ਹੀ। ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।